ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਜੀ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਓਂਕਾਰ ਜੋਰੀ ਨਮੋ ਓਂਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਾਰੋਂ ਤਾਰਾ ਪਾਰੇ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓਂਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਇ। ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਸੰਤ ਹਿੰਡੋਲ ਮਹੱਲਾ ਪਹਿਲਾ। ਰਾਜਾ ਬਾਲਕ ਨਗਰੀ ਕਾਚੀ। ਦੁਸ਼ਟਾਂ ਨਾਲ ਪਿਆਰੋ। ਦੋਏ ਮਾਈ ਦੋਏ ਬਾਪਾ ਪੜੀ ਇਹ। ਪੰਡਿਤ ਕਰੋ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਜਿਨ ਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਅੰਮ੍ਰਿਤਮਈ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗਰੀਬ ਨਵਾਜ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸ਼ਾਮ ਦੇ ਦੀਵਾਨਾਂ ਵਿੱਚ ਸੰਗਤਾਂ ਸਰਵਣ ਕਰ ਰਹੀਆਂ ਨੇ। ਜਿਸ ਸਮੇਂ ਸਤਿਗੁਰੂ ਜੀ ਮੋਦੀ ਖਾਨੇ ਦਾ ਤਿਆਗ ਕਰਕੇ ਸ਼ਮਸ਼ਾਨ ਭੂਮੀ ਵਿੱਚ ਚੌਂਕੜਾ ਮਾਰ ਕੇ ਬੈਠ ਗਏ। ਜਿੱਥੇ ਗੁਰੂ ਕੇ ਪਿਆਰਿਆਂ ਨੂੰ ਬੜੀ ਚਿੰਤਾ ਹੋਈ। ਨਿੰਦਕਾਂ ਨੂੰ ਨਿੰਦਾ ਕਰਨ ਦਾ ਮੌਕਾ ਵੀ ਮਿਲ ਗਿਆ। ਪਰ ਕੁਝ ਰੂਹਾਂ ਸਨ ਜਿਨ੍ਹਾਂ ਨੂੰ ਸਤਿਗੁਰਾਂ ਦੀ ਸੋਝੀ ਸੀ। ਬੇਬੇ ਨਾਨਕੀ ਵਰਗੀਆਂ ਜਿਹੜੀਆਂ ਡੋਲੀਆਂ ਨਹੀਂ, ਬਾਕੀ ਸਭ ਲੋਕ ਡੋਲ ਗਏ। ਗੁਰੂ ਦੇ ਪਿਆਰੇ ਗੁਰੂ ਸਾਹਿਬ ਨਾਲ ਸਨੇਹ ਰੱਖਣ ਵਾਲੇ ਚਿੰਤਾਤੁਰ ਹੋਏ ਅਤੇ ਦਵੈਸ਼ ਰੱਖਣ ਵਾਲੇ ਨਿੰਦਾ ਕਰਨ ਲੱਗੇ। ਉਸ ਵੇਲੇ
ਸਤਿਗੁਰਾਂ ਦੇ ਮਹਿਲ ਮਾਤਾ ਸੁਲੱਖਣੀ ਨੇ ਵੀ ਚਿੰਤਾਤੁਰ ਹੋ ਕੇ ਕਿ ਮੇਰੇ ਪਤੀ ਨੂੰ ਕੀ ਹੋ ਗਿਆ ਹੈ, ਇਹ ਦੁੱਖ ਭਰੀ ਖਬਰ ਆਪਣੇ ਪੇਕੇ ਪਿੰਡ ਪਹੁੰਚਾਈ। ਮਾਤਾ ਸੁਲੱਖਣੀ ਦੇ ਪਿਤਾ ਬਾਬਾ ਮੂਲ ਚੰਦ ਜੀ ਚੋਣਾ ਅਤੇ ਉਹਨਾਂ ਦੇ ਨਾਲ ਇੱਕ ਪੰਡਤ ਪੁਰੋਹਿਤ ਬਟਾਲੇ ਤੋਂ ਚੱਲ ਕੇ ਸੁਲਤਾਨਪੁਰ ਆਏ। ਗੁਰੂ ਨਾਨਕ ਦੇਵ ਜੀ ਨੂੰ ਸਮਝਾਉਣ ਵਾਸਤੇ ਪੰਡਤ ਨੂੰ ਨਾਲ ਲੈ ਕੇ ਆਏ ਬਾਬਾ ਮੂਲ ਚੰਦ ਜੀ। ਉਸ ਪੰਡਤ ਨੇ ਆ ਕੇ ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਥੋੜ੍ਹੇ ਕੌੜੇ ਬਚਨ ਵੀ ਕਹੇ, ਉਸ ਵੇਲੇ ਸਤਿਗੁਰੂ ਉਸ ਪੰਡਤ ਦੇ ਬੋਲ ਬਚਨ ਸੁਣ ਕੇ ਜੋ ਸ਼ਬਦ ਉਚਾਰਨ ਕੀਤਾ ਬਸੰਤ ਰਾਗ ਦਾ, ਉਹਦੀ ਕਥਾ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕਰਨੀ ਹੈ। ਇੱਥੋਂ ਆਪਾਂ ਆਰੰਭ ਕਰਾਂਗੇ ਅਰਥਾਂ ਤੋਂ। ਸ਼ਬਦ ਹੈ ਰਾਜਾ ਬਾਲਕ ਨਗਰੀ ਕਾਚੀ, ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜ੍ਹੀ ਹੈ, ਪੰਡਤ ਕਰਹੁ ਵਿਚਾਰੋ, ਸੁਆਮੀ ਪੰਡਤਾ ਤੁਮ ਦੇਹੋ ਮਤੀ, ਕਿੰਦ ਬਿਦ ਪਾਵੋ ਪ੍ਰਾਣਪਤੀ। ਇੱਥੋਂ ਸਾਧ ਸੰਗਤ ਜੀ ਉਪਦੇਸ਼ ਸਤਿਗੁਰਾਂ ਦਾ ਆਰੰਭ ਹੁੰਦਾ ਹੈ। ਆਓ ਪ੍ਰੇਮ ਨਾਲ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਮਨ ਰਾਜਾ ਬਾਲਕ ਸਮਝੋ। ਮਹਾਰਾਜ ਜੀ ਬਚਨ ਕਰਦੇ ਰਾਜਾ ਬਾਲਕ। ਇਹ ਕਿਹੜਾ ਬਾਲਕ ਰਾਜਾ ਹੈ? ਕਾਚੀ ਨਗਰੀ ਕਿਹੜੀ ਹੈ? ਉਹ ਭਾਈ ਸੰਤੋਖ ਸਿੰਘ ਜੀ ਇੱਥੇ ਅਰਥ ਕਰ ਰਹੇ ਨੇ। ਕਹਿੰਦੇ ਮਨ ਰਾਜਾ ਹੈ ਪਰ ਬੱਚਿਆਂ ਵਰਗਾ ਹੈ। ਜਿਵੇਂ ਬੱਚੇ ਨੂੰ ਸਮਝ ਨਹੀਂ ਹੁੰਦੀ, ਸਾਡੇ ਮਨ ਰਾਜੇ ਨੂੰ ਵੀ ਸਮਝ ਨਹੀਂ ਹੈ। ਰਾਜਾ ਬਾਲਕ, ਰਾਜਾ ਹੋਵੇ ਤੇ ਸਿਆਣਾ ਹੋਵੇ ਤਾਂ ਹੀ ਨਗਰੀ ਦਾ ਪ੍ਰਬੰਧ ਚਲਾ ਸਕਦਾ, ਦੇਸ਼ ਦਾ ਪ੍ਰਬੰਧ ਚਲਾ ਸਕਦਾ। ਜੇ ਰਾਜਾ ਨਿਆਣਾ ਹੋਵੇ ਤੇ ਸਾਰਾ ਕੰਮ ਵਿਗੜ ਜਾਂਦਾ ਹੈ। ਮਨ ਰਾਜਾ ਉਹ ਨਿਆਣਿਆਂ ਦੀ ਤਰ੍ਹਾਂ ਹਰਕਤਾਂ ਕਰਦਾ ਹੈ। ਨਿਤ ਪ੍ਰਤ ਜਾਨੋ ਚੰਚਲ ਸੋ। ਜਿਵੇਂ ਬੱਚਾ ਚੰਚਲ ਹੁੰਦਾ ਹੈ ਤੇ ਬੱਚੇ ਨੂੰ ਸਹੀ ਤੇ ਗਲਤ ਦਾ ਨਿਰਣਾ ਨਹੀਂ ਹੁੰਦਾ, ਸਾਡਾ ਮਨ ਵੀ ਚੰਚਲ ਹੈ। ਸਭ ਤੋਂ ਦੁਨੀਆ ਵਿੱਚ ਤੇਜ਼ ਚੱਲਣ ਵਾਲੀ ਚੀਜ਼ ਕੋਈ ਹੈ ਤੇ ਉਹ ਮਨ ਹੈ। ਮਨ ਤੋਂ ਤੇਜ਼ ਚੱਲਣ ਵਾਲੀ ਕੋਈ ਚੀਜ਼ ਬਣੀ ਨਹੀਂ ਅਜੇ ਤੱਕ। ਹਵਾ ਵੀ ਤੇਜ਼ ਚੱਲਦੀ ਹੈ, ਹਵਾ ਨਾਲੋਂ ਵੀ ਹਜ਼ਾਰਾਂ ਗੁਣਾ ਮਨ ਤੇਜ਼ ਚੱਲਦਾ ਹੈ। ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਮਨ ਦੇ ਸਮਾਨ ਗਤੀ ਕਰ ਸਕਦੀ ਹੋਵੇ। ਅੱਖ ਨਹੀਂ ਫਰਕਦੀ ਕਿ ਮਨ ਸੂਰਜ 'ਤੇ ਚਲਾ ਜਾਂਦਾ ਹੈ, ਚੰਦਰਮਾ 'ਤੇ ਚਲਾ ਜਾਂਦਾ ਹੈ, ਪਤਾਲ ਵਿੱਚ ਚਲਾ ਜਾਂਦਾ, ਆਕਾਸ਼ ਵਿੱਚ ਚਲਾ ਜਾਂਦਾ। ਲੱਖਾਂ ਕਰੋੜਾਂ ਅਰਬਾਂ ਖਰਬਾਂ ਮੀਲ 'ਤੇ ਮਨ ਜਾ ਸਕਦਾ ਅੱਖ ਤੋਂ ਫਰਕਣ ਤੋਂ ਪਹਿਲਾਂ। ਇਸ ਕਰਕੇ ਚੰਚਲ ਹੈ। ਵਿਦਵਾਨਾਂ ਨੇ ਕੁਝ ਚੀਜ਼ਾਂ ਚੰਚਲ ਦੱਸੀਆਂ ਹਨ। ਉਹ ਕਹਿੰਦੇ ਦੀਵੇ ਦੀ ਲਾਟ ਜਿਹੜੀ ਹੈ ਉਹ ਚੰਚਲ ਹੁੰਦੀ ਹੈ। ਤੁਸੀਂ ਦੀਵਾ ਬਾਲ ਕੇ ਰੱਖੋ, ਉਹਦੀ ਲਾਟ ਹਿੱਲਦੀ ਰਹਿੰਦੀ, ਟਿਕਦੀ ਨਹੀਂ। ਪਿੱਪਲ ਦਾ ਪੱਤਾ ਚੰਚਲ ਹੁੰਦਾ ਹੈ, ਉਹ ਖੜ ਖੜ ਲਾਈ ਰੱਖਦਾ, ਟਿਕਦਾ ਨਹੀਂ, ਚੰਚਲ ਹੁੰਦਾ। ਪਿੱਪਲ ਦਾ ਪੱਤਾ ਨਹੀਂ ਟਿਕਦਾ। ਹਵਾ ਰੁਕੀ ਹੋਵੇ ਤਾਂ ਵੀ ਪਿੱਪਲ ਦੇ ਪੱਤੇ ਨੇ ਹਿੱਲੀ ਜਾਣਾ। ਸਭ ਤੋਂ ਚੰਚਲ ਪੱਤਾ ਪਿੱਪਲ ਦਾ ਮੰਨਿਆ ਗਿਆ। ਪਿੱਪਲ ਦਾ ਪੱਤਾ, ਦੀਵੇ ਦੀ ਲਾਟ। ਤੀਸਰੀ ਮਿਸਾਲ ਦਿੱਤੀ ਬਾਂਦਰ ਦੀ। ਬਾਂਦਰ ਇੱਕ ਟਾਹਣੀ ਤੋਂ ਦੂਜੀ ਤੋਂ ਤੀਜੀ ਟਪੂਸੀਆਂ ਮਾਰਦਾ ਰਹਿੰਦਾ, ਟਿਕਦਾ ਨਹੀਂ। ਚੌਥੀ ਮਿਸਾਲ ਦਿੱਤੀ ਨਿਸ਼ਾਨ ਸਾਹਿਬ ਦੇ ਫਰਲੇ ਦੀ। ਨਿਸ਼ਾਨ ਸਾਹਿਬ ਦਾ ਝੰਡੇ ਦਾ ਜੋ ਫਰਲਾ ਹੈ ਉਹ ਹਰ ਵੇਲੇ ਹਵਾ 'ਚ ਹਿੱਲਦਾ ਹੀ ਰਹਿੰਦਾ। ਇਸੇ ਤਰ੍ਹਾਂ ਸਾਡਾ ਮਨ ਹਰ ਵੇਲੇ ਹਿੱਲਦਾ ਹੀ ਰਹਿੰਦਾ ਹੈ। ਹਰ ਵੇਲੇ ਕੋਈ ਨਾ ਕੋਈ ਫੁਰਨਾ, ਕੋਈ ਨਾ ਕੋਈ ਖਿਆਲ, ਕੋਈ ਨਾ ਕੋਈ ਸੋਚ ਦੇ ਅੰਦਰ ਚੱਲਦੀ ਰਹਿੰਦੀ ਹੈ। ਮਨ ਰਾਜਾ ਬਾਲਕ ਸਮਝੋ, ਨਿਤ ਪ੍ਰਤ ਜਾਨੋ ਚੰਚਲ ਸੋ। ਗੁਰੂ ਮਹਾਰਾਜ ਕਹਿੰਦੇ ਪੰਡਿਤ ਜੀ, ਸਾਡਾ ਜਿਹੜਾ ਮਨ ਰਾਜੇ ਦੀ ਤਰ੍ਹਾਂ ਹੈ ਤੇ ਬੱਚੇ ਦੀ ਤਰ੍ਹਾਂ ਚੰਚਲ ਹੈ। ਨੀਤ ਨਾ ਸਿੱਖੋ ਰੂਪ ਗਿਆਨਾ। ਜਿਵੇਂ ਕੋਈ ਨਿਆਣਾ ਰਾਜਾ ਬਣਾ ਦਈਏ, ਛੋਟੀ ਉਮਰ ਦਾ ਬੱਚਾ, ਉਹਨੂੰ ਰਾਜਨੀਤੀ ਨਹੀਂ ਆਉਂਦੀ। ਰਾਜਨੀਤੀ ਤੋਂ ਬਿਨਾਂ ਉਹ ਆਪਣਾ ਕੰਮ ਸਹੀ ਨਹੀਂ ਕਰ ਸਕਦਾ। ਕਹਿੰਦੇ ਇਸੇ ਤਰ੍ਹਾਂ ਸਾਡਾ ਮਨ ਬੜਾ ਨਿਆਣਾ ਹੈ ਤੇ ਆਤਮਾ ਰੂਪੀ ਗਿਆਨ ਰੂਪੀ ਨੀਤੀ
ਆਤਮ ਗਿਆਨ ਦੀ ਨੀਤੀ ਨਹੀਂ ਸਿੱਖਦਾ। ਰੀਤ ਨਾ ਸਿੱਖੋ, ਰੂਪ ਗਿਆਨਾ, ਰੂਪ ਦਾ ਗਿਆਨ। ਜਿਵੇਂ ਇੱਕ ਰਾਜੇ ਨੂੰ ਰਾਜਨੀਤੀ ਸਿੱਖਣੀ ਜ਼ਰੂਰੀ ਹੈ, ਮਨ ਨੂੰ ਆਪਣੀ ਆਤਮਾ ਦਾ ਗਿਆਨ ਸਿੱਖਣਾ ਜ਼ਰੂਰੀ ਹੈ, ਪਰ ਉਹ ਨਹੀਂ ਸਿੱਖਦਾ। ਹਾਂਜੀ। ਖੇਲ ਰਚਿਓ ਸੁਖ ਵਿਸ਼ੈ ਮਹਾਨਾ। ਜਿਵੇਂ ਇੱਕ ਬੱਚਾ ਖੇਡਾਂ ਵਿੱਚ ਲੱਗਾ ਰਹਿੰਦਾ ਹੈ, ਹਰ ਵੇਲੇ ਕਦੀ ਕੋਈ ਖੇਡ ਖੇਡ ਲਈ, ਕਦੀ ਕੋਈ ਗੇਮ ਖੇਡ ਲਈ। ਉਹਨੂੰ ਜੇ ਕੋਈ ਕਹੇ ਵੀ ਬੱਚੇ ਪੜ੍ਹ ਲੈ ਬਹਿ ਕੇ, ਉਹ ਕਹਿੰਦਾ ਮੈਂ ਇੱਕ ਗੇਮ ਲਾ ਲਵਾਂ ਫਿਰ ਪੜ੍ਹ ਲਾਂਗਾ। ਉਹਨੂੰ ਬੜੀ ਮੁਸ਼ਕਿਲ ਨਾਲ ਪੜ੍ਹਾਉਣਾ ਪੈਂਦਾ, ਛੇਤੀ ਕੀਤਿਆਂ ਚੰਚਲ ਬਾਲਕ ਪੜ੍ਹਦਾ ਨਹੀਂ। ਇਸੇ ਤਰ੍ਹਾਂ ਸਾਡਾ ਮਨ ਵਿਸ਼ੇ ਵਿਕਾਰਾਂ ਦੀਆਂ ਖੇਡਾਂ ਵਿੱਚ ਲੱਗਾ ਰਹਿੰਦਾ ਹੈ, ਵਿਸ਼ਿਆਂ ਵੱਲ ਦੌੜਦਾ ਰਹਿੰਦਾ ਹੈ, ਆਤਮ ਗਿਆਨ ਨਹੀਂ ਪ੍ਰਾਪਤ ਕਰਦਾ। ਕਾਚੀ ਨਗਰੀ ਮਹਿ ਇਹ ਬਾਸਾ। ਇਹ ਕੱਚੀ ਨਗਰੀ 'ਚ ਵਸਦਾ ਹੈ। ਨਗਰੀ ਵੀ ਕੱਚੀ ਹੈ। ਉਹ ਨਗਰੀ ਕਿਹੜੀ ਹੈ? ਆਜ ਕਾਲ ਜਿਹ ਹੋਏ ਬਿਨਾਸ਼ਾ। ਆ ਦੇਹ ਰੂਪੀ ਨਗਰੀ ਹੈ, ਸਰੀਰ ਰੂਪੀ। ਇਹ ਜਿਹੜੀ ਨਗਰੀ ਹੈ ਇਹ ਕੱਚੀ ਤਾਂ ਹੈ ਵੀ ਇਹਦਾ ਪਤਾ ਨਹੀਂ ਕਿਹੜੇ ਵੇਲੇ ਢਹਿ ਜਾਣੀ ਹੈ। ਨਗਰੀ ਕਾਚੀ, ਰਾਜਾ ਬਾਲਕ, ਨਗਰੀ ਕਾਚੀ। ਕੱਚੀ ਦੇਹ ਦਾ ਕੋਈ ਪਤਾ ਕਿਹੜੇ ਵੇਲੇ ਖਤਮ ਹੋ ਜਾਣਾ। ਹੋਰ ਕਿਸੇ ਚੀਜ਼ ਦੀ ਤੁਸੀਂ ਗਰੰਟੀ ਬਾਜ਼ਾਰ 'ਚ ਲੈ ਸਕਦੇ ਹੋ, ਗਰੰਟੀ ਵਾਰੰਟੀ ਮਿਲਦੀ ਹੈ, ਬੰਦੇ ਦੀ ਕੋਈ ਗਰੰਟੀ ਕੋਈ ਨਹੀਂ। ਆ ਸਵਾਸ ਆਇਆ, ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਕੋਈ ਪਤਾ ਨਹੀਂ। ਸੋ ਮਹਾਰਾਜ ਕਹਿੰਦੇ ਜਿਵੇਂ ਇੱਕ ਕੱਚੀ ਨਗਰੀ ਦੇ ਵਿੱਚ ਕੋਈ ਰਾਜਾ ਬਾਲਕ ਰਾਜ ਕਰਦਾ ਹੋਵੇ, ਇਵੇਂ ਇਹ ਸਾਡਾ ਢਾਂਚਾ ਬਣਿਆ ਹੋਇਆ। ਮਨ ਰੂਪੀ ਰਾਜਾ ਜੋ ਨਿਆਣਾ ਹੈ, ਜਿਹੜਾ ਵਿਸ਼ਿਆਂ ਦੀਆਂ ਖੇਡਾਂ ਵਿੱਚ ਲੱਗਾ ਹੋਇਆ ਹੈ, ਦੇਹ ਰੂਪੀ ਕੱਚੀ ਨਗਰੀ 'ਚ ਰਹਿੰਦਾ ਹੈ। ਨਿਤ ਥਿਰ ਜਾਣਤ ਕੀਨ ਸਨੇਹਾ। ਔਰ ਇਸ ਮਨ ਨੇ ਇਸ ਸਰੀਰ ਨੂੰ ਪੱਕਾ ਸਮਝਿਆ ਹੋਇਆ ਵੀ ਇਹਨੇ ਸਦਾ ਹੀ ਰਹਿਣਾ ਹੈ। ਇਹ ਵਿਚਾਰ ਹੀ ਨਹੀਂ ਆਈ ਵੀ ਇਹਨੇ ਤਾਂ ਢਹਿ ਜਾਣਾ। ਸਾਧ ਸੰਗਤ ਜੀ, ਹੋਰ ਗੱਲਾਂ ਤੇ ਆਪਾਂ ਯਾਦ ਰੱਖ ਲੈਂਦੇ ਹਾਂ, ਮੌਤ ਨੂੰ ਨਹੀਂ ਯਾਦ ਰੱਖਦੇ। ਜੇ ਕਿਤੇ ਮੌਤ ਯਾਦ ਆਵੇ ਵੀ ਤਾਂ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਹਾਲਾਂਕਿ ਯਾਦ ਰੱਖਣ ਵਾਲੀ ਚੀਜ਼ ਉਹ ਹੈ। ਅਸੀਂ ਉਹਨੂੰ ਭੁਲਾ ਕੇ ਇਹ ਸੋਚਦੇ ਹਾਂ ਵੀ ਇਹ ਸਰੀਰ ਮੇਰਾ ਸਦਾ ਹੀ ਇੱਦਾਂ ਰਹੇਗਾ, ਮੈਂ ਇੱਦਾਂ ਹੀ ਹੱਟਾ ਕੱਟਾ ਜਵਾਨ ਸੋਹਣਾ ਸੁਨੱਖਾ ਬਣਿਆ ਹੀ ਰਹਾਂਗਾ। ਸ਼ੀਸ਼ੇ ਦੇ ਅੱਗੇ ਆਪਣੇ ਆਪ ਨੂੰ ਖਲੋ ਕੇ ਦੇਖੀ ਜਾਣਾ, ਸਰੀਰ ਨਾਲ ਮੋਹ ਕਰਨਾ, ਥਿਰ ਜਾਣਨਾ। ਇਸ ਬਾਲਕ ਨੇ, ਇਸ ਨਿਆਣੇ ਮਨ ਨੇ ਇਸ ਨਗਰੀ ਨੂੰ, ਦੇਹ ਰੂਪੀ ਨਗਰੀ ਨੂੰ ਸਦਾ ਲਈ, ਹਮੇਸ਼ਾ ਲਈ ਰਹਿਣ ਵਾਲੀ ਸਮਝਿਆ ਹੋਇਆ ਹੈ। ਢਹਿ ਹੈ ਕਾਲ ਪਰੈ ਜਬ ਮੇਹਾ। ਪਰ ਕੱਚੀ ਨਗਰੀ ਹੈ, ਜਦੋਂ ਮੀਂਹ ਪੈਂਦਾ ਤੇ ਕੱਚੇ ਘਰ ਢਹਿ ਜਾਂਦੇ ਹਨ। ਜਦੋਂ ਮੌਤ ਰੂਪੀ ਮੀਂਹ ਪੈਣਾ ਹੈ, ਜਦੋਂ ਕਾਲ ਨੇ ਝਪਟ ਮਾਰਨੀ ਹੈ, ਉਦੋਂ ਇਹ ਨਗਰੀ ਢਹਿ ਜਾਣੀ ਹੈ। ਜਾਏ ਅਚਾਨਕ ਗਰ ਇਹ ਸਾਰੀ। ਕੱਚੀ ਨਗਰੀ, ਕੱਚਾ ਘਰ, ਕੱਚਾ ਮਕਾਨ ਮਿੱਟੀ ਦਾ ਬਣਾਇਆ ਹੋਵੇ, ਰੇਤ ਦੀ ਕੰਧ ਉਸਾਰੀ ਹੋਵੇ, ਮੀਂਹ ਪੈਣ ਨਾਲ ਢਹਿ ਹੀ ਜਾਣੀ ਹੈ। ਸੋ ਇਹ ਅਚਾਨਕ ਇੱਕਦਮ ਹੀ, ਕੋਈ ਪਤਾ ਨਹੀਂ ਲੱਗਣਾ, ਟਾਈਮ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ। ਹੁਣ ਸਵਾਸ ਚੱਲ ਰਹੇ ਨੇ, ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਮਹਾਰਾਜ ਕਹਿੰਦੇ ਕੋਈ ਪਤਾ ਨਹੀਂ। ਕੱਲ੍ਹ ਦਾ ਦਿਨ ਤਾਂ ਬੜੀ ਦੂਰ ਹੈ। ਮਰਦਾਨੇ ਨੂੰ ਮਹਾਰਾਜ ਨੇ ਇੱਕ ਵਾਰੀ ਪੁੱਛਿਆ ਸੀ, ਭਾਈ ਮਰਦਾਨਿਆ ਮੌਤ ਕਿੰਨੀ ਕੁ ਦੂਰ ਸਮਝੀ ਹੈ? ਕਹਿੰਦਾ ਜੀ ਅੱਜ ਦਾ ਦਿਨ ਵੇਖਿਆ, ਕੱਲ੍ਹ ਪਤਾ ਨਹੀਂ ਵੇਖਿਆ ਆਉਣੀ ਕਿ ਨਹੀਂ ਆਉਣੀ। ਮਹਾਰਾਜ ਕਹਿੰਦੇ ਤੁਸੀਂ ਤਾਂ ਬਹੁਤ ਦੂਰ ਸਮਝਿਆ ਭਾਈ ਮਰਦਾਨਾ ਜੀ, ਕੱਲ੍ਹ ਤਾਂ ਬੜੀ ਦੂਰ ਹੈ। ਆ ਜਿਹੜਾ ਸਵਾਸ ਆ ਰਿਹਾ, ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ ਕੋਈ ਪਤਾ ਨਹੀਂ। ਹਮ ਆਦਮੀ ਹਾਂ ਇੱਕ ਦਮੀ, ਇੱਕ ਦਮ ਦਾ ਭਰੋਸਾ ਨਹੀਂ ਹੈ। ਤਬ ਸੋਝੀ ਹਵੈ ਦੁਖ ਮਝਾਰੀ। ਜਦੋਂ ਇਹਦੇ ਵਿੱਚੋਂ ਸਰੀਰ ਦੇ ਆਤਮਾ ਨੇ ਨਿਕਲਣਾ ਹੈ, ਜਦੋਂ ਇਹ ਸਰੀਰ ਦੀ ਨਗਰੀ ਢਹਿ ਜਾਣੀ ਹੈ, ਉਦੋਂ ਫਿਰ ਸਮਝ ਆਉਣੀ ਹੈ ਵੀ ਮੈਂ ਕੀ ਕੀਤਾ। ਨਾ ਮੈਂ ਕੁਝ ਖੱਟਿਆ, ਨਾ ਕੋਈ ਨਾਮ ਜਪਿਆ, ਨਾ ਕੋਈ ਬੰਦਗੀ ਕੀਤੀ, ਨਾ ਸਾਧ ਸੰਗਤ ਦੀ ਸੇਵਾ ਕੀਤੀ, ਨਾ ਭਜਨ ਕੀਤਾ। ਐਵੇਂ ਹੀ ਕੌਡੀਆਂ ਦੇ ਭਾਅ ਹੀਰਿਆਂ ਨੂੰ ਗਵਾ ਲਿਆ। ਹਾਂਜੀ। ਪਾਂਚ ਦੁਸ਼ਟ ਸੋ ਕਰਤ ਪਿਆਰੂ। ਤੇ ਦੁਸ਼ਟਾਂ ਨਾਲ ਪਿਆਰੋ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਉਹਦੀ ਵਿਆਖਿਆ ਚੱਲ ਰਹੀ ਹੈ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਕਹਿੰਦੇ ਇਸ ਰਾਜੇ ਦਾ, ਜਿਹੜਾ ਨਿਆਣਾ ਰਾਜਾ ਹੈ, ਦੁਸ਼ਟਾਂ ਨਾਲ ਪਿਆਰ ਹੈ। ਜੇ ਕੋਈ ਰਾਜਾ ਹੋਵੇ ਵੀ ਨਿਆਣਾ, ਨਗਰੀ ਵੀ ਕੱਚੀ ਹੋਵੇ,
ਰਾਜਾ ਹੋਵੇ ਵੀ ਚੰਚਲ, ਬੱਚਾ ਹੋਵੇ ਤੇ ਦੋਸਤੀ ਪਾ ਲਏ ਦੁਸ਼ਟ ਬੰਦਿਆਂ ਨਾਲ, ਆਪਣੇ ਦੁਸ਼ਮਣਾਂ ਨਾਲ, ਜਿਹੜੇ ਉਹਨੂੰ ਸ਼ਰਾਬਾਂ ਕਬਾਬਾਂ ਵਿੱਚ ਲਾ ਦੇਣ, ਭੈੜੇ ਕੰਮਾਂ 'ਚ, ਭੈੜੇ ਵਿਅਸਨਾਂ ਵਿੱਚ ਲਾ ਦੇਣ, ਉਹਦਾ ਰਾਜ ਰਹਿੰਦਾ ਨਹੀਂ, ਬਿਨਸ ਜਾਂਦਾ ਹੈ, ਤਬਾਹੀ ਹੁੰਦੀ ਹੈ। ਜੇ ਕੋਈ ਨਿਆਣਾ ਰਾਜਾ, ਬੇਸਮਝ ਰਾਜਾ ਹੋਵੇ, ਨਗਰੀ ਉਹਦੀ ਕੱਚੀ ਹੋਵੇ, ਉਹਦੇ ਆਲੇ ਦੁਆਲੇ ਬਹਿਣ ਵਾਲੇ ਦੁਸ਼ਟ ਹੋਣ, ਉਹਦਾ ਰਾਜ ਭਾਗ ਤਬਾਹ ਕਰ ਦਿੰਦੇ, ਕੁਛ ਨਹੀਂ ਛੱਡਦੇ। ਫਿਰ ਕਹਿੰਦੇ ਇਸ ਮਨ ਦਾ ਦੁਸ਼ਟਾਂ ਨਾਲ ਪਿਆਰ ਹੈ। ਕਿਹੜੇ ਦੁਸ਼ਟ ਹਨ? ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ। ਇਹਨਾਂ ਪੰਜਾਂ ਵੈਰੀਆਂ ਨਾਲ ਇਸ ਮਨ ਨੇ ਮੋਹ ਪਾਇਆ ਹੋਇਆ, ਪ੍ਰੇਮ ਪਾਇਆ ਹੋਇਆ ਹੈ। ਸੋ ਤਿਹ ਕੇ ਨਿਤ ਕਾਜ ਬਿਗਾਰੂ। ਉਹ ਜਿਹੜੇ ਵਿਕਾਰ ਨੇ ਇਹਨੂੰ ਪਿਆਰੇ ਲੱਗਦੇ ਨੇ, ਆਪਣੇ ਦੋਸਤ ਲੱਗਦੇ ਨੇ। ਕਿਉਂਕਿ ਜਿਹੜੇ ਨਿਆਣੇ ਰਾਜੇ ਹੁੰਦੇ ਨੇ, ਉਹਨਾਂ ਦੇ ਨੇੜੇ ਦੁਸ਼ਟ ਬੰਦੇ ਆ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨੇ। ਉਹ ਵਿਚਾਰੇ ਨਿਆਣੇ ਰਾਜਿਆਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਮਿੱਠੀਆਂ ਗੱਲਾਂ ਕਰਨ ਵਾਲੇ ਅੰਦਰੋਂ ਛੁਰੀ ਚਲਾਉਣਗੇ। ਉਹ ਉਹਨਾਂ ਨੂੰ ਆਪਣਾ ਦੋਸਤ ਸਮਝ ਲੈਂਦੇ ਨੇ। ਇਹ ਮਨ ਰੂਪੀ ਨਿਆਣਾ, ਮਨ ਰੂਪੀ ਰਾਜਾ ਵਿਕਾਰਾਂ ਨਾਲ ਮੋਹ ਕਰਦਾ ਹੈ, ਕਾਮ ਨਾਲ, ਕ੍ਰੋਧ ਨਾਲ, ਲੋਭ ਨਾਲ ਪ੍ਰੀਤੀ ਕਰਦਾ ਹੈ। ਇਹਨੂੰ ਕਾਮ ਚੰਗਾ ਲੱਗਦਾ ਹੈ, ਕ੍ਰੋਧ ਚੰਗਾ ਲੱਗਦਾ ਹੈ, ਲੋਭ ਮੋਹ ਹੰਕਾਰ ਇਹਨੂੰ ਆਪਣੇ ਮਿੱਤਰ ਜਾਪਦੇ ਨੇ, ਅਤੇ ਉਹ ਅੰਦਰੋਂ ਅੰਦਰ ਹੀ ਇਹਦਾ ਵਿਗਾੜ ਕਰੀ ਜਾਂਦੇ ਨੇ, ਇਹਦਾ ਸਾਰਾ ਕੁਝ ਨਸ਼ਟ ਕਰੀ ਜਾਂਦੇ ਨੇ। ਦੋਹਰਾ ਕਾਮ ਕ੍ਰੋਧ ਅਰ ਲੋਭ ਪੁੰਨ। ਮਹਾਰਾਜ ਜੀ ਕਹਿੰਦੇ ਕਾਮ, ਕ੍ਰੋਧ ਤੇ ਲੋਭ, ਮੋਹੇ ਬਲੀ ਹੰਕਾਰ। ਮੋਹ ਤੇ ਹੰਕਾਰ ਇਹ ਸਾਰੇ ਬੜੇ ਬਲੀ ਹਨ, ਬੜੇ ਸੂਰਮੇ ਹਨ। ਇਹਨਾਂ ਨੂੰ ਮਾਰਨਾ ਬੜਾ ਔਖਾ ਹੈ। ਇਹ ਇਹੋ ਜਿਹਾ ਜਾਲ ਪਾਉਂਦੇ ਨੇ, ਇਹੋ ਜਿਹੀ ਠਗੌਰੀ ਪਾ ਕੇ ਭੁਲਾਉਂਦੇ ਨੇ। ਕੋਈ ਇਹਨਾਂ ਨੂੰ ਆਪਣਾ ਦੁਸ਼ਮਣ ਸਮਝਦਾ ਹੀ ਨਹੀਂ। ਸਾਰਿਆਂ ਨੂੰ ਇੰਝ ਲੱਗਦਾ ਵੀ ਕਾਮ ਤਾਂ ਮੇਰਾ ਮਿੱਤਰ ਹੈ, ਕ੍ਰੋਧ ਤਾਂ ਮੇਰਾ ਕੰਮ ਆ ਰਿਹਾ ਹੈ, ਲੋਭ ਤਾਂ ਮੇਰਾ ਬੜਾ ਪਿਆਰਾ ਮਿੱਤਰ ਹੈ। ਇਹ ਨਜ਼ਰ ਹੀ ਨਹੀਂ ਆਉਂਦੇ। ਜਦੋਂ ਬੰਦੇ ਨੂੰ ਸਾਰਾ ਤਬਾਹ ਕਰ ਦਿੰਦੇ ਆ, ਫਿਰ ਪਤਾ ਲੱਗਦਾ ਵੀ ਇਹ ਤਾਂ ਮੈਨੂੰ ਠੱਗ ਕੇ ਚਲੇ ਗਏ ਹਨ। ਇਨ ਸਿਉ ਕਰਤਿਓ ਮੀਤਤਾ। ਇਹਨਾਂ ਨਾਲ ਦੋਸਤੀ ਕਰਦਿਆਂ ਕਰਦਿਆਂ ਸਾ ਭਗਤ ਤੇ ਖੁਆਰ। ਇਹ ਜੀਵ ਭਗਤੀ ਵੱਲੋਂ ਬੇਮੁਖ ਹੋ ਰਿਹਾ ਹੈ, ਪਰਮੇਸ਼ਰ ਦੀ ਭਗਤੀ ਨਹੀਂ ਕਰਦਾ। ਚੌਪਈ ਲੂਟੇ ਮਿਲ ਕਰ ਇਸ ਕੀ ਨਗਰੀ। ਇਹਦੀ ਸੰਗਤ ਕਰਨੇ ਕਰਕੇ ਵਿਕਾਰਾਂ ਦੀ ਭਗਤੀ ਤੋਂ ਦੂਰ ਹੋ ਕੇ ਇਹ ਦੁਖੀ ਹੁੰਦਾ ਹੈ ਮਨ, ਅਤੇ ਇਹ ਵਿਕਾਰ ਇਹਦੀ ਨਗਰੀ ਨੂੰ ਲੁੱਟਦੇ ਹਨ। ਇਹਦੀ ਦੇਹ ਨੂੰ ਵਿਕਾਰਾਂ ਨੇ ਅੱਜ ਤਾਈਂ ਨੁਕਸਾਨ ਹੀ ਪਹੁੰਚਾਇਆ ਹੈ। ਕਾਮ ਨੇ ਸਰੀਰ ਨੂੰ ਗਾਲਿਆ ਹੈ, ਕ੍ਰੋਧ ਨੇ ਸਰੀਰ ਨੂੰ ਗਾਲਿਆ ਹੈ। ਪਹਿਲੇ ਪਾਤਸ਼ਾਹ ਦੇ ਬਚਨ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉਂ ਕੰਚਨ ਸੁਹਾਗਾ ਢਾਲੈ। ਮਹਾਰਾਜ ਕਹਿੰਦੇ ਕਾਇਆ ਨੂੰ, ਦੇਹ ਨੂੰ ਕਾਮ ਤੇ ਕ੍ਰੋਧ ਗਾਲਦੇ, ਸਾੜਦੇ, ਅੰਦਰੋਂ ਅੰਦਰ ਹੀ ਖਤਮ ਕਰ ਦਿੰਦੇ ਹਨ। ਨੀਤ ਉਜਾਰੇ ਈਸ਼ ਉਜਗਰੀ। ਪਰਮਾਤਮਾ ਦੀ ਬਣਾਈ ਹੋਈ ਹੈ ਦੇਹੀ ਨੂੰ ਉਹ ਵਿਕਾਰ ਉਜਾੜ ਦਿੰਦੇ ਹਨ, ਬਰਬਾਦ ਕਰ ਦਿੰਦੇ ਹਨ। ਬਿਗੜਿਓ ਆਪਣੋ ਜਾਣਿਓ ਨਾਹੀ। ਪਰ ਇਸ ਨਿਆਣੇ ਰਾਜੇ ਨੂੰ, ਇਸ ਮੂਰਖ ਮਨ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਕੰਮ ਵਿਗੜ ਰਿਹਾ ਹੈ। ਇਹ ਸਮਝਦਾ ਵੀ ਬੜਾ ਵਧੀਆ ਕੰਮ ਚੱਲ ਰਿਹਾ ਹੈ, ਪਰ ਅੰਦਰੋਂ ਅੰਦਰ ਹੀ ਇਹ ਬਰਬਾਦ ਹੋ ਰਿਹਾ ਹੈ, ਅੰਦਰੋਂ ਅੰਦਰ ਹੀ ਇਹ ਲੁੱਟਿਆ ਜਾ ਰਿਹਾ ਹੈ। ਮਾਰ ਹੈ ਲੁੱਟ ਹੈ ਨੀਤ ਨੀਤ, ਕਿਸੇ ਆਗਾ ਕਰੀ ਪੁਕਾਰ ਜਿਨਾ। ਮਹਾਰਾਜ ਕਹਿੰਦੇ ਇਹ ਪੰਜ ਬਲੀ ਜਿਹੜੇ ਹਨ, ਅੰਦਰੋਂ ਵੱਢਦੇ ਟੁੱਕਦੇ, ਮਾਰਦੇ, ਤਬਾਹੀ ਕਰਦੇ ਹਨ। ਮਿਲਿਓ ਰਹਿ ਪੁੰਨ ਪੁੰਨ ਤਿਨ ਮਾਹੀ। ਉਹ ਇਹਨੂੰ ਲੁੱਟੀ ਜਾਂਦੇ ਆ ਵਿਕਾਰ। ਇਹ ਮੁੜ ਮੁੜ ਕੇ ਉਹਨਾਂ ਦੇ ਵਿੱਚ ਬਹਿੰਦਾ ਹੈ, ਉਹਨਾਂ ਦੇ ਨਾਲ ਮਿਲ ਕੇ ਰਹਿੰਦਾ ਹੈ, ਉਹਨਾਂ ਨੂੰ ਆਪਣਾ ਦੋਸਤ, ਮਿੱਤਰ, ਸੱਜਣ ਸਮਝਦਾ ਹੈ। ਮਾਤ ਅਵਿਦਿਆ ਦੂਜੀ ਮਾਇਆ। ਇਹਦੀਆਂ ਦੋ ਮਾਵਾਂ ਨੇ, ਦੋਏ ਮਾਈ ਦੋਏ ਬਾਪਾ ਕਹੀ ਹੈ। ਦੋ ਮਾਵਾਂ ਕਿਹੜੀਆਂ ਨੇ? ਇੱਕ ਤਾਂ ਅਵਿਦਿਆ ਹੈ। ਅਵਿਦਿਆ ਮੈਂ ਨਹੀਂ ਜਾਣਦਾ, ਇਹ ਅਵਿਦਿਆ ਦਾ ਸਰੂਪ ਹੈ। ਜੇ ਕੋਈ ਪੁੱਛੇ ਵੀ ਅਵਿਦਿਆ ਦਾ ਰੂਪ ਕੀ ਹੈ, ਸ਼ਾਸਤਰਕਾਰ ਕਹਿੰਦੇ ਨੇ ਅਵਿਦਿਆ ਦਾ ਰੂਪ ਹੈ ਮੈਂ ਨਹੀਂ ਜਾਣਦਾ, ਮੈਨੂੰ ਪਤਾ ਨਹੀਂ, ਆਪਣੀ ਆਤਮਾ ਦਾ ਪਤਾ ਨਹੀਂ। ਦੂਜੀਆਂ ਚੀਜ਼ਾਂ ਦਾ ਤਾਂ ਪਤਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ, ਸੰਸਾਰ ਭਰ ਦੇ ਵਿੱਚ ਬੜੀ ਵਿੱਦਿਆ ਪੜ੍ਹਾਈ ਜਾ ਰਹੀ ਹੈ,
ਪਰ ਉਹ ਵਿੱਦਿਆ ਪੜ੍ਹਾਈ ਜਾ ਰਹੀ ਹੈ ਜਿਹੜੀ ਪਦਾਰਥਾਂ ਬਾਰੇ ਦੱਸਦੀ ਹੈ, ਮਟੀਰੀਅਲ ਬਾਰੇ ਦੱਸਦੀ ਹੈ। ਜਿਹੜੀ ਆਤਮਾ ਦੀ ਵਿੱਦਿਆ ਹੈ ਉਹ ਸਿਰਫ ਗੁਰਬਾਣੀ 'ਚੋਂ ਹੀ ਪੜ੍ਹਾਈ ਜਾਂਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਸ ਵਿੱਦਿਆ ਨੂੰ ਛੱਡ ਕੇ ਬਾਕੀ ਸਭ ਅਵਿਦਿਆ ਹੀ ਹੈ। ਉਹ ਅਵਿਦਿਆ ਜਿਹੜੀ ਆਤਮਾ ਤੋਂ ਬੇਮੁਖ ਕਰਕੇ ਰੱਖਦੀ ਹੈ, ਉਹ ਸਾਡੀ ਮਾਂ ਹੈ। ਇੱਕ ਇਸ ਮਨ ਦੀ ਮਾਂ ਹੈ, ਸਾਡੀ ਨਹੀਂ, ਮਨ ਦੀ। ਆਖੋ ਸ੍ਰੀ ਵਾਹਿਗੁਰੂ। ਜੀਵ ਬਣਿਆ ਮਨ ਕਰਕੇ, ਮਨ ਪਰੇ ਹੋ ਗਿਆ ਤੇ ਜੀਵ ਪਰਮਾਤਮਾ ਦਾ ਰੂਪ ਬਣ ਜਾਏਗਾ। ਕਹਿੰਦੇ ਅਵਿਦਿਆ ਇੱਕ ਮਾਂ ਹੈ, ਦੂਜੀ ਮਾਂ ਦਾ ਨਾਮ ਹੈ ਮਾਇਆ, ਜਿਹੜੀ ਈਸ਼ਵਰ ਦੀ ਰਚਨਾ, ਅਕਾਲ ਪੁਰਖ ਦੀ ਕੁਦਰਤ ਹੈ। ਮਾਤ ਅਵਿਦਿਆ, ਦੂਜੀ ਮਾਇਆ। ਇਹ ਦੋ ਮਾਵਾਂ ਹਨ ਜਿਸ ਨੇ ਸਾਨੂੰ ਜੀਵ ਬਣਾਇਆ, ਮਨ ਬਣਾਇਆ ਹੈ, ਮਨ ਨੂੰ ਜਨਮ ਦਿੱਤਾ ਹੈ। ਮਨ ਮਾਇਆ ਤੋਂ ਜੰਮਦਾ ਹੈ, ਮਨ ਅਵਿਦਿਆ ਤੋਂ ਜੰਮਦਾ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਬੜਾ ਸੂਖਮ ਜਿਹਾ ਵਿਸ਼ਾ ਹੈ। ਕਥਾ ਵਿੱਚ ਅਸੀਂ ਇਹਨੂੰ ਸਮਝਾਉਣ ਲੱਗੀਏ ਤਾਂ ਬਹੁਤ ਸਮਾਂ ਲੱਗਦਾ। ਭਾਈ ਸੰਤੋਖ ਸਿੰਘ ਜੀ ਨੇ 13ਵੀਂ ਪੋਥੀ ਸੂਰਜ ਪ੍ਰਕਾਸ਼ ਵਿੱਚ ਉਹ ਪ੍ਰਸੰਗ ਸਾਰੇ ਲਿਖੇ ਹਨ। ਜੇ ਰੋਜ਼ ਘੰਟਾ ਕਥਾ ਹੋਵੇ ਤਾਂ ਵੀ 2.5-3 ਮਹੀਨੇ ਲੱਗ ਜਾਂਦੇ ਹਨ। 2.5-3 ਮਹੀਨਿਆਂ 'ਚ ਉਹ ਪ੍ਰਕਰਣ ਪੂਰਾ ਹੁੰਦਾ, ਜਿਹਦੇ 'ਚ ਇਹ ਦੱਸਿਆ ਵੀ ਕਿਸ ਤਰ੍ਹਾਂ ਅਵਿਦਿਆ ਅਤੇ ਮਾਇਆ ਰਲ ਕੇ ਜੀਵ ਨੂੰ ਪੈਦਾ ਕਰਦੀਆਂ ਹਨ। ਅਤੇ ਉਹ ਅਵਿਦਿਆ ਅਤੇ ਮਾਇਆ ਨੂੰ ਪਰੇ ਕਰ ਦਈਏ ਅਤੇ ਜੀਵ ਬ੍ਰਹਮ ਦਾ ਰੂਪ ਹੋ ਜਾਂਦਾ ਹੈ। ਸੋ ਮਹਾਰਾਜ ਕਹਿੰਦੇ ਦੋਏ ਮਾਈ, ਦੋ ਮਾਵਾਂ ਹਨ। ਇੱਕ ਅਵਿਦਿਆ ਹੈ ਜਿਹੜੀ ਜੀਵ ਨੂੰ ਆਪਣੇ ਸਰੂਪ ਦਾ ਬੋਧ ਨਹੀਂ ਹੋਣ ਦਿੰਦੀ। ਦੂਸਰੀ ਮਾਇਆ ਹੈ ਜਿਸ ਨੇ ਇਹ ਰਚਨਾ ਪਸਾਰੀ ਹੋਈ ਹੈ। ਈਸ਼ ਜੀਵ ਦੋਏ ਪਿਤ ਜਿਨ ਜਾਇਆ। ਪਿਤਾ ਕਿਹੜੇ ਨੇ? ਪਿਤਾ ਵੀ ਦੋ ਨੇ, ਇੱਕ ਈਸ਼ਵਰ ਹੈ, ਇੱਕ ਜੀਵ ਹੈ। ਈਸ਼ਵਰ ਦੀ ਉਪਾਧੀ ਮਾਇਆ ਹੈ, ਜੀਵ ਦੀ ਉਪਾਧੀ ਅਵਿਦਿਆ ਹੈ। ਆਖੋ ਸ੍ਰੀ ਵਾਹਿਗੁਰੂ। ਜੀਵ ਅਵਿਦਿਆ ਨਾਲ ਬਣਦਾ ਹੈ, ਈਸ਼ਵਰ ਮਾਇਆ ਨਾਲ ਬਣਦਾ ਹੈ। ਜੇ ਦੋਵਾਂ ਨੂੰ ਕੱਢ ਦਈਏ, ਨਾ ਜੀਵ ਰਹਿੰਦਾ ਨਾ ਈਸ਼ਵਰ, ਬ੍ਰਹਮ ਹੋ ਜਾਂਦਾ ਹੈ। ਇਹ ਹੁਣ ਭੇਦ ਹੈ ਬੜਾ, ਜਿਹੜਾ ਆਪਾਂ ਕਥਾ ਵਿੱਚ ਨਹੀਂ ਸਮਝਾ ਸਕਦੇ। ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਜਪ ਤਪ ਕਰਕੇ ਗੁਰਬਾਣੀ ਪੜ੍ਹ ਕੇ ਜਦੋਂ ਮਹਾਂਪੁਰਸ਼ ਕਿਰਪਾ ਕਰਦੇ ਫਿਰ ਇਹ ਭੇਦ ਖੋਲ ਦਿੰਦੇ ਹਨ। ਹਾਂਜੀ। ਦ્વੈ ਕੋ ਜਨਿਓ ਕੁਟਲਤਾ ਕਾਰਨ। ਸਾਧ ਸੰਗਤ ਜੀ, ਦੋਵਾਂ ਦਾ ਜੰਮਿਆ ਹੋਇਆ ਇਹ ਮਨ ਹੈ। ਦੇਖੋ, ਦੋ ਮਾਵਾਂ ਦੋ ਪਿਓ, ਦੋ ਮਾਵਾਂ ਅਤੇ ਦੋ ਪਿਓ ਰਲ ਕੇ ਇੱਕ ਬੱਚੇ ਨੂੰ ਜਨਮ ਦੇ ਰਹੇ ਹਨ। ਦੁਨੀਆ ਵਿੱਚ ਤਾਂ ਇੱਦਾਂ ਹੁੰਦਾ ਨਹੀਂ। ਇੱਕ ਮਾਂ ਇੱਕ ਪਿਓ ਹੁੰਦਾ, ਬੱਚਾ ਜੰਮ ਪੈਂਦਾ। ਪਰ ਮਨ ਰੂਪੀ ਬੱਚਾ, ਮਨ ਰੂਪੀ ਰਾਜਾ ਪੈਦਾ ਹੋਇਆ। ਇਹਦੀਆਂ ਦੋ ਮਾਵਾਂ ਹਨ, ਇੱਕ ਅਵਿਦਿਆ, ਇੱਕ ਮਾਇਆ। ਦੋ ਪਿਓ ਹਨ, ਇੱਕ ਈਸ਼ਵਰ, ਇੱਕ ਜੀਵ। ਹਾਂਜੀ। ਕਿਹ ਬਿਦ ਜਾਕੋ ਹੋਏ ਸਵਾਰਨ। ਜੇ ਦੋ ਮਾਵਾਂ ਦੋ ਪਿਓ ਹੋਣ, ਉਸ ਬੱਚੇ ਦਾ ਕੋਈ ਖਿਆਲ ਨਹੀਂ ਰੱਖਦਾ ਦੋਵਾਂ ਪਾਸੇ, ਕਿਉਂਕਿ ਸਾਂਝਾ ਬਾਪ ਨਾ ਪਿੱਟੇ ਕੋਈ, ਅਤੇ ਸਾਂਝਾ ਨਿਆਣਾ ਵੀ ਉਵੇਂ ਸਮਝ ਲਓ। ਇਹਦਾ ਕਿਵੇਂ ਭਲਾ ਹੋਵੇਗਾ? ਕਿਸ ਤਰ੍ਹਾਂ ਕਲਿਆਣ ਹੋਵੇਗਾ? ਦੋਵੇਂ ਇਹਨੂੰ ਭਰਮਾ ਕੇ ਰੱਖਦੀਆਂ ਮਾਵਾਂ। ਅਵਿਦਿਆ ਆਪਣੇ ਵੱਲ ਖਿੱਚ ਕੇ ਰੱਖਦੀ ਹੈ, ਮਾਇਆ ਆਪਣੇ ਵੱਲ। ਅਤੇ ਈਸ਼ਵਰ ਅਤੇ ਜੀਵ ਦਾ ਭੇਦ ਜਿਹੜਾ ਪਿਆ ਹੋਇਆ, ਉਹਦੇ ਕਰਕੇ ਇਹਨੂੰ ਸ਼ਾਂਤੀ ਨਹੀਂ ਮਿਲਦੀ, ਇਹ ਭਟਕਦਾ ਰਹਿੰਦਾ ਹੈ। ਹਾਂਜੀ। ਕਰ ਵਿਚਾਰ ਸਿਖਵਨ ਮੁਝ ਦੀਜੈ। ਸਾਧ ਸੰਗਤ ਜੀ, ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਪੰਡਤ ਜੀ, ਸੁਆਮੀ ਪੰਡਤਾ ਤੁਮ ਦੇਹੋ ਮਤੀ। ਤੁਸੀਂ ਸਿਆਣੇ ਹੋ ਪੰਡਤ ਜੀ, ਸਾਨੂੰ ਉਹ ਮਤ ਦਿਓ। ਹਾਂਜੀ। ਉਹ ਪੰਡਤ ਭੋ ਪੰਡਤ ਪ੍ਰਾਪਤ ਪ੍ਰਭ ਕੀਜੈ। ਉਹ ਮਤ ਦਿਓ ਕਿ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਵਾਂ। ਕਿਨ ਬਿਦ ਪਾਵੋ ਪ੍ਰਾਣਪਤੀ। ਪੰਡਤ ਜੀ, ਆਹ ਦੁਨਿਆਵੀ ਦੁਕਾਨ ਚਲਾ ਲਓ, ਦੁਕਾਨ ਖੋਲ੍ਹ ਲਓ, ਕੰਮ ਕਰ ਲਓ, ਇਹ ਮਤ ਦੇਣ ਵਾਲੇ ਬੜੇ ਹਨ। ਪੰਡਤ ਜੀ, ਅਸਲੀ ਮਤ ਦਿਓ। ਜੇ ਅਸੀਂ ਉਸ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੀਏ ਤਾਂ ਕਿਵੇਂ ਕਰਾਂਗੇ? ਕਿਨ ਬਿਦ ਪਾਵੋਂ, ਕਿਸ ਤਰ੍ਹਾਂ ਉਹ ਪ੍ਰਾਣਾਂ ਦਾ ਪਤੀ ਪਰਮਾਤਮਾ ਵਾਹਿਗੁਰੂ ਪ੍ਰਾਪਤ ਹੋਵੇ। ਇਹ ਬਿਦ ਬਦ ਕਰ ਕਰਨਾ ਸਦਨਾ। ਇਸ ਤਰ੍ਹਾਂ ਮਹਾਰਾਜ ਕਿਰਪਾ ਦੇ ਸਾਗਰ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ,
ਇਹ ਪਹਿਲਾ ਪਦਾ ਉਚਾਰਨ ਕਰਕੇ ਮਸਟ ਕਰੀ ਪੁਨ ਪੰਕਜ ਬਦਨਾ। ਫਿਰ ਮਹਾਰਾਜ ਜੀ ਗੁਪਤ ਹੋ ਗਏ, ਚੁੱਪ ਕਰ ਗਏ, ਸ਼ਾਂਤ ਹੋ ਗਏ। ਦੋਹਰਾ ਮੂਲਾ ਬੋਲਿਓ ਸੁਨਤ ਬਚ। ਇਹ ਸੁਣ ਕੇ ਸਾਧ ਸੰਗਤ ਜੀ ਬਾਬਾ ਮੂਲਾ ਗੁਰੂ ਸਾਹਿਬ ਦਾ ਸਹੁਰਾ ਉਹਦੇ ਕੋਲੋਂ ਰਿਹਾ ਨਾ ਗਿਆ, ਕਿਉਂਕਿ ਉਹਦਾ ਵਿਚਾਰਾ ਦੁਨਿਆਵੀ ਸਿੱਖਿਆ ਦਿਵਾਉਣ ਵਾਸਤੇ ਪੰਡਿਤ ਜੀ ਨੂੰ ਲੈ ਕੇ ਆਇਆ ਸੀ ਵੀ ਪੰਡਿਤ ਜੀ ਕੋਈ ਮੇਰੇ ਜਵਾਈ ਨੂੰ, ਮੇਰੇ ਦਮਾਦ ਨੂੰ ਮਾੜਾ ਮੋਟਾ ਸਮਝਾਉਣਗੇ, ਉਹ ਆਪਣਾ ਮੋਦੀਖਾਨਾ ਖੋਲ੍ਹਣਾ ਸ਼ੁਰੂ ਕਰ ਦੇਗਾ, ਘਰ ਜਿਹੜਾ ਰੋਟੀ ਪ੍ਰਸ਼ਾਦਾ ਪੱਕੀ ਜਾਂਦਾ ਸੀ ਉਹ ਚੱਲਦਾ ਰਹੇਗਾ, ਬੱਚੇ ਪਲਦੇ ਰਹਿਣਗੇ। ਇਹ ਸੋਚ ਨਾਲ ਬਾਬਾ ਮੂਲਾ ਆਇਆ ਸੀ। ਤੇ ਬਾਬਾ ਮੂਲਾ ਇਉਂ ਬੋਲਿਆ, ਅਸ ਵਿਚਾਰ ਜੇ ਤੋਹੇ। ਕਹਿਣ ਲੱਗਾ, ਹੇ ਨਾਨਕ, ਜੇ ਤੇਰੀਆਂ ਇਹੋ ਜਿਹੀਆਂ ਹੀ ਵਿਚਾਰਾਂ ਸਨ, ਜੇ ਤੂੰ ਆਹ ਫਕੀਰੀ ਵਾਲੀਆਂ ਹੀ ਗੱਲਾਂ ਕਰਨੀਆਂ ਸਨ, ਆ ਜਿਹੜੇ ਤੂੰ ਬਚਨ ਬੋਲਦਾ ਹੈ, ਜਿਹੜੇ ਤੂੰ ਭਗਤੀ ਦੇ, ਗਿਆਨ ਦੇ, ਪਰਮਾਤਮਾ ਦੇ ਬੋਲ ਬੋਲਦਾ ਹੈ, ਤੋ ਵਿਆਹ ਕਰਵਾਏ ਤਾਂ ਕਿਉਂ। ਵਿਆਹ ਕਿਉਂ ਕਰਵਾਇਆ ਹੈ? ਸ਼ਾਦੀ ਕਿਉਂ ਕਰਵਾਈ ਹੈ? ਕੀ ਲੋੜ ਸੀ ਮੇਰੀ ਧੀ ਦਾ ਜੀਵਨ ਬਰਬਾਦ ਕਰਨ ਦੀ? ਮੇਰੀ ਬੱਚੀ ਨੂੰ ਤੂੰ ਆਪਣੇ ਲੜ ਲਾ ਕੇ ਹੁਣ ਫਕੀਰਾਂ ਵਾਲੇ ਕੱਪੜੇ ਪਾ ਬੈਠਾ, ਫਕੀਰੀ ਵੇਸ਼ ਧਾਰਨ ਕਰ ਲਿਆ ਹੈ। ਤੈਂ ਦੁੱਖ ਦੀਨੋ ਮੋਹੇ। ਤੂੰ ਮੈਨੂੰ ਵੱਡਾ ਭਾਰੀ ਦੁੱਖ ਦਿੱਤਾ ਹੈ। ਮੇਰੀ ਜ਼ਿੰਦਗੀ ਦੇ ਵਿੱਚ ਜਿੰਨਾ ਦੁੱਖ ਮੈਂ ਤੇਰੇ ਤੋਂ ਪਾਇਆ, ਇੰਨਾ ਮੈਂ ਕਦੀ ਦੁੱਖ ਨਹੀਂ ਦੇਖਿਆ। ਜਦੋਂ ਦਾ ਤੂੰ ਮੇਰਾ ਜਵਾਈ ਬਣਿਆ ਹੈ, ਮੈਨੂੰ ਦੁਖੀ ਕੀਤਾ ਹੈ। ਦਰਬ ਲੁਟਾਇਓ ਬਾਦ ਬਹੋ। ਉਹ ਇੰਨਾ ਪੈਸਾ ਤੇਰੇ ਕੋਲ ਆਇਆ, ਤੂੰ ਲੋੜਵੰਦਾਂ, ਗਰੀਬਾਂ, ਭੁੱਖਿਆਂ, ਨੰਗਿਆਂ, ਫਕੀਰਾਂ, ਕੰਗਲਿਆਂ ਵਿੱਚ ਹੀ ਵੰਡ ਦਿੱਤਾ। ਸੁੱਤ ਤੇ ਦਿਓ ਨਾ ਟਾਂਕ। ਆਪਣੇ ਬੱਚਿਆਂ ਨੂੰ, ਆਪਣੀ ਘਰਵਾਲੀ ਨੂੰ ਇੱਕ ਟਕਾ ਵੀ ਨਹੀਂ ਦਿੱਤਾ। ਕੋਈ ਵੀ ਆਦਮੀ ਕੰਮਕਾਰ ਕਰਦਾ ਹੈ, ਪੈਸੇ ਕਮਾਉਂਦਾ ਕਾਹਦੇ ਵਾਸਤੇ? ਆਪਣੇ ਬੱਚਿਆਂ ਨੂੰ, ਪਰਿਵਾਰ ਨੂੰ ਦਿਆਂਗਾ, ਬੱਚੇ ਪਾਲਾਂਗਾ, ਬੱਚਿਆਂ ਦੀ ਪ੍ਰੋਪਰਟੀ ਬਣਾਵਾਂਗਾ, ਜਾਇਦਾਦ ਬਣਾਵਾਂਗਾ। ਕੱਲ੍ਹ ਨੂੰ ਬੱਚੇ ਕਹਿਣਗੇ ਬਾਪੂ ਨੇ ਸਾਡੇ ਵਾਸਤੇ ਕੁਝ ਕੀਤਾ ਸੀ। ਪਰ ਤੂੰ ਆਪਣੇ ਬੱਚਿਆਂ ਵਾਸਤੇ ਇੱਕ ਟਕਾ ਨਹੀਂ ਜੋੜਿਆ, ਆਪਣੇ ਬੱਚਿਆਂ ਵਾਸਤੇ ਕੁਝ ਨਹੀਂ ਬਣਾਇਆ। ਜਿੰਨਾ ਪੈਸਾ ਤੇਰੇ ਹੱਥ ਆਉਂਦਾ ਰਿਹਾ, ਤੂੰ ਲੋਕਾਂ 'ਚ ਹੀ ਵੰਡਦਾ ਰਿਹਾ ਹੈ। ਬਿਨ ਬਰੀੜਾ ਤਜ ਭਾਜਿਆ। ਹੁਣ ਤੂੰ ਸ਼ਰਮ ਲਾਹ ਦਿੱਤੀ ਹੈ। ਬਰੀੜਾ ਕਹਿੰਦੇ ਨੇ ਸ਼ਰਮ ਨੂੰ। ਹੁਣ ਤੂੰ ਸ਼ਰਮ ਲਾਹ ਕੇ ਘਰ-ਬਾਰ ਛੱਡ ਕੇ ਭੱਜ ਚੱਲਿਆ। ਤੈਨੂੰ ਲਾਜ ਆਉਣੀ ਚਾਹੀਦੀ ਹੈ ਵੀ ਤੇਰੇ ਬੱਚੇ ਹਨ, ਤੇਰੀ ਪਤਨੀ ਹੈ, ਤੇਰਾ ਪਰਿਵਾਰ ਹੈ, ਅਤੇ ਪਰਿਵਾਰ ਨੂੰ ਛੱਡ ਕੇ ਇੱਦਾਂ ਸਾਧ ਬਣ ਜਾਣਾ ਚੰਗੀ ਗੱਲ ਨਹੀਂ ਹੈ। ਪੁਨ ਕਹਿ ਸ਼੍ਰੀ ਮੁਖ ਵਾਕ। ਇਹ ਸੁਣ ਕੇ ਗੁਰੂ ਮਹਾਰਾਜ ਜਗਤ ਗੁਰੂ ਨਾਨਕ ਦੇਵ ਸਾਹਿਬ ਜੀ ਪਹਿਲੇ ਪਾਤਸ਼ਾਹ ਜੀ ਨੇ ਉਸੇ ਸ਼ਬਦ ਦਾ ਦੂਸਰਾ ਪਦਾ ਉਚਾਰਨ ਕੀਤਾ, ਜਿਹਦੀ ਵਿਆਖਿਆ ਕੱਲ੍ਹ ਨੂੰ ਆਪਾਂ ਸਾਧ ਸੰਗਤ ਜੀ ਹਾਜ਼ਰੀਆਂ ਭਰ ਕੇ ਗੁਰੂ ਦਰਬਾਰ ਵਿੱਚ ਸਰਵਣ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਜਗਤ ਗੁਰੂ ਨਾਨਕ ਸਾਹਿਬ ਦੇ ਉੱਚੇ ਉੱਚੇ ਖਿਆਲ, ਰੱਬੀ ਖਿਆਲ, ਧੁਰ ਕੀ ਬਾਣੀ, ਜਿਹੜੀ ਸਾਡੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਸਤਿਗੁਰਾਂ ਨੇ ਉਚਾਰਨ ਕੀਤੀ, ਉਹ ਪੰਡਿਤ ਨੇ ਵੀ ਸੁਣੀ, ਬਾਬੇ ਕਾਲੂ ਨੇ, ਬਾਬੇ ਮੂਲੇ ਨੇ ਵੀ ਸੁਣੀ। ਪਰ ਸਾਧ ਸੰਗਤ ਜੀ ਸਮਝ ਉਹਨਾਂ ਦੇ ਆਣੀ ਜਿਨ੍ਹਾਂ ਦੇ ਭਾਗ ਖੁੱਲ੍ਹਣੇ ਹਨ, ਕਿਉਂਕਿ ਬਾਣੀ ਆਪਾਂ ਸਾਰੇ ਹੀ ਪੜ੍ਹਦੇ ਸੁਣਦੇ ਹਾਂ, ਪਰ ਜਦੋਂ ਕਿਰਪਾ ਹੋਵੇ ਅਕਾਲ ਪੁਰਖ ਦੀ ਅਤੇ ਉਹਦਾ ਭਾਵ ਅੰਦਰ ਬਹਿ ਜਾਂਦਾ ਹੈ, ਹਿਰਦੇ ਵਿੱਚ ਵਸ ਜਾਂਦੀ ਹੈ। ਜਦੋਂ ਹਿਰਦੇ 'ਚ ਵਸ ਜਾਂਦੀ ਹੈ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਈਦਾ। ਇਤਨੇ ਬਚਨ ਪ੍ਰਵਾਨ ਕਰਨੇ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ। ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗੰਮ ਪੂਰਨ, ਮੋਹੇ ਮਇਆ ਧਾਰ। ਅੰਧਕੂਪ ਮਹਾ ਭਿਆਨ, ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ। ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਹੁਣ ਸਮਾਂ ਹੈ ਗੁਰੂ ਕੇ ਕੀਰਤਨੀਏ ਢਾਡੀ ਸਿੰਘ ਸਤਿਕਾਰਯੋਗ ਭਾਈ ਲਖਬੀਰ ਸਿੰਘ ਜੀ ਕੋਮਲ ਦਾ ਢਾਡੀ ਜਥਾ
ਉਹ ਸੰਗਤਾਂ ਦੀ ਸੇਵਾ 'ਚ ਹਾਜ਼ਰ ਹੋ ਰਹੇ ਨੇ। ਉਹਨਾਂ ਕੋਲੋਂ ਹਰੀ ਜਸ ਕੀਰਤਨ ਸਰਵਣ ਕਰੀਏ, ਜੀਵਨ ਸਫਲਾ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।